ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਹਰ ਤਰ੍ਹਾਂ ਦੇ ਹਥਕੰਡੇ ਅਪਣਾਏ ਗਏ। ਕਿਸਾਨ ਅੰਦੋਲਨ ਨੂੰ ਲੈ ਕੇ ਗੋਦੀ ਮੀਡੀਆ ਤੋਂ ਲੈ ਕੇ ਬੀਜੇਪੀ ਦੇ तमाम ਆਗੂਆਂ ਦੀ ਜ਼ੁਬਾਨ ਤੋਂ ਤੁਸੀਂ ਖਾਲਿਸਤਾਨ ਦਾ ਜ਼ਿਕਰ ਤਾਂ ਹੁਣ ਤੱਕ ਸੁਣਿਆ ਹੋਵੇਗਾ। ਹੁਣ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਖਾਲਿਸਤਾਨ ਦਾ ਜ਼ਿਕਰ ਕੀਤਾ ਗਿਆ ਹੈ। ਸੁਪਰੀਮ ਕੋਰਟ ਵਿੱਚ ਖੇਤੀ ਕਾਨੂੰਨਾਂ ਅਤੇ ਕਿਸਾਨ ਪ੍ਰਦਰਸ਼ਨ ਨੂੰ ਲੈ ਕੇ ਸੁਣਵਾਈ ਦੌਰਾਨ ਅਟਾਰਨੀ ਜਨਰਲ ਕੇ ਵੇਣੂਗੋਪਾਲ ਨੇ ਕਿਹਾ ਕਿ ਇਸ ਪ੍ਰਦਰਸ਼ਨ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਘੁਸਪੈਠ ਕੀਤੀ ਹੈ। ਜਾਨੀ ਸਰਕਾਰ ਨੇ ਸਿੱਧੇ ਤੌਰ ਤੇ ਕਿਹਾ ਕਿ ਅੰਦੋਲਨ 'ਚ ਕਿਤੇ ਨਾ ਕਿਤੇ ਖਾਲਿਸਤਾਨੀ ਵੀ ਸ਼ਾਮਲ ਹਨ। ਸਰਕਾਰ ਵੱਲੋਂ ਇੰਟੈਲੀਜੈਂਸ ਬਿਊਰੋ IB ਦੇ ਇਨਪੁਟ ਦਾ ਹਵਾਲਾ ਦਿੱਤਾ ਗਿਆ ਹੈ। ਹੁਣ ਕਿਸਾਨ ਅੰਦੋਲਨ ਵਿੱਚ ਖਾਲਿਸਤਾਨੀ ਘੁਸਪੈਠ ਦੇ ਇਲਜ਼ਾਮਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਰਕਾਰ ਤੋਂ ਹਲਫਨਾਮਾ ਦਾਖਲ ਕਰਨ ਦੀ ਮੰਗ ਕੀਤੀ ਹੈ, ਜਿਸ ਤੋਂ ਬਾਅਦ ਕੇ ਵੇਣੂਗੋਪਾਲ ਨੇ ਦੱਸਿਆ ਕਿ ਉਹ IB ਦੇ ਇਨਪੁਟ ਦੇ ਨਾਲ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਹਲਫਨਾਮਾ ਪੇਸ਼ ਕਰਨਗੇ। ਖਾਲਿਸਤਾਨੀ ਐਂਗਲ ਦੇ ਇਲਾਵਾ ਸਰਕਾਰ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਵੀ ਗੱਲ ਕੋਰਟ ਵਿੱਚ ਰੱਖੀ ਗਈ। ਸੋਲਿਸਿਟਰ ਜਨਰਲ ਨੇ ਸੁਪਰੀਮ ਕੋਰਟ ਦੀ ਬੈਂਚ ਨੂੰ ਦੱਸਿਆ ਕਿ ਕੁਝ ਗੈਰ ਕਿਸਾਨ ਤੱਤ ਵੀ ਅੰਦੋਲਨ ਵਿੱਚ ਸ਼ਾਮਿਲ ਹਨ, ਜੋ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਗਲਤ ਜਾਣਕਾਰੀ ਤੇ ਭਰਮ ਫੈਲਾ ਰਹੇ ਹਨ। ਨਾਲ ਹੀ ਕਿਹਾ ਗਿਆ ਕਿ ਇਹ ਤੱਤ ਮੀਡੀਆ ਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਕਿਸਾਨਾਂ ਦੇ ਮਨ ਵਿੱਚ ਕਾਨੂੰਨਾਂ ਨੂੰ ਲੈ ਕੇ ਗਲਤਫਹਿਮੀ ਪੈਦਾ ਕਰ ਰਹੇ ਹਨ। ਇਸ ਮਾਮਲੇ ਨੂੰ ਲੈ ਕੇ CIAFA ਨਾਮਕ ਇੱਕ ਸੰਸਥਾ ਵੱਲ ਵੀ ਇਸ਼ਾਰਾ ਕਰਦੇ ਹੋਏ ਪੇਸ਼ ਵਕੀਲ ਨੇ ਅਜਿਹੇ ਇਲਜ਼ਾਮ ਲਗਾਏ ਹਨ। ਵਕੀਲ ਨੇ ਇਲਜ਼ਾਮ ਲਗਾਇਆ ਹੈ ਕਿ ਸਿੱਖ ਫਾਰ ਜਸਟਿਸ ਵਰਗੇ ਸੰਗਠਨ ਇਹਨਾਂ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹਨ। ਨਾਲ ਹੀ ਕਿਹਾ ਕਿ ਵਿਰੋਧ ਪ੍ਰਦਰਸ਼ਨ ਵਿੱਚ ਕਈ ਪ੍ਰਤੀਬੰਧਿਤ ਸੰਗਠਨ ਮੌਜੂਦ ਹਨ। ਇਹਨਾਂ ਇਲਜ਼ਾਮਾਂ ਨੂੰ ਲੈ ਕੇ CGI ਨੇ ਅਟਾਰਨੀ ਜਨਰਲ ਤੋਂ ਸਵਾਲ ਪੁੱਛਿਆ ਕਿ ਕੀ ਵਾਕਈ ਅਜਿਹਾ ਹੈ, ਜਿਸ ਤੋਂ ਬਾਅਦ ਜਵਾਬ ਵਿੱਚ ਸਰਕਾਰ ਵੱਲੋਂ ਖਾਲਿਸਤਾਨੀ ਸਮਰਥਕਾਂ ਦਾ ਜ਼ਿਕਰ ਕੀਤਾ ਗਿਆ। ਸੁਣਵਾਈ ਦੌਰਾਨ ਸਿੱਧੇ ਤੌਰ ਤੇ ਅਟਾਰਨੀ ਜਨਰਲ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ 'ਚ ਮਦਦ ਕਰਨ ਵਾਲਾ ਪ੍ਰਤੀਬੰਧਿਤ ਸੰਗਠਨ ਹੈ। ਉਹਨਾਂ ਨੇ ਕਿਹਾ ਕਿ ਖਾਲਿਸਤਾਨੀਆਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਘੁਸਪੈਠ ਕੀਤੀ ਹੈ, ਜਿਸ ਤੇ ਪ੍ਰਧਾਨ ਨਿਆਧੀਸ਼ ਐਸ ਏ ਬੋਬੜੇ ਨੇ ਉਹਨਾਂ ਤੋਂ ਇਸ ਦੀ ਤਸਦੀਕ ਕਰਨ ਨੂੰ ਕਿਹਾ ਹੈ। ਚੀਫ ਜਸਟਿਸ ਆਫ ਇੰਡੀਆ ਨੇ ਇਸ ਤੇ ਇੱਕ ਹਲਫਨਾਮਾ ਦਾਖਲ ਕਰਨ ਨੂੰ ਕਿਹਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਅੰਦੋਲਨ ਵਿੱਚ ਪ੍ਰਤੀਬੰਧਿਤ ਸੰਗਠਨ ਹੈ, ਅਜਿਹਾ ਕਿਹਾ ਜਾ ਰਿਹਾ ਹੈ, ਤਾਂ ਇਸ ਦੀ ਤਸਦੀਕ ਵੀ ਕਰਨੀ ਹੋਵੇਗੀ। ਤੁਸੀਂ ਇਸ ਤੇ ਕੱਲ ਇੱਕ ਹਲਫਨਾਮਾ ਦਾਖਲ ਕਰੋ। ਇਸ ਤੇ AG ਨੇ ਕਿਹਾ ਕਿ ਉਹ ਕੱਲ ਇੰਟੈਲੀਜੈਂਸ ਬਿਊਰੋ ਦੇ ਇਨਪੁਟ ਦੇ ਨਾਲ ਹਲਫਨਾਮਾ ਦਾਖਲ ਕਰਨਗੇ। ਦਿੱਲੀ ਦੀਆਂ ਸਰਹੱਦਾਂ ਦੇ ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ BJP ਦੇ ਕਈ ਮੰਤਰੀਆਂ ਤੇ ਆਗੂਆਂ ਵੱਲੋਂ ਇਹ ਇਲਜ਼ਾਮ ਲਗਾਤਾਰ ਲਗਾਏ ਜਾ ਚੁੱਕੇ ਹਨ। ਇਸ ਅੰਦੋਲਨ ਵਿੱਚ ਖਾਲਿਸਤਾਨੀ ਤਾਕਤਾਂ ਦਾ ਦਖਲ ਹੈ ਅਤੇ ਪ੍ਰਦਰਸ਼ਨ ਵਿੱਚ ਖਾਲਿਸਤਾਨੀ ਸਮਰਥਕ ਨਾਰੇ ਲਾਏ ਜਾਂਦੇ ਹਨ। ਇਸ ਤਰ੍ਹਾਂ ਦੇ ਇਲਜ਼ਾਮ ਸ਼ੁਰੂ ਤੋਂ ਹੀ ਲੱਗਦੇ ਰਹੇ ਹਨ। ਇੱਥੇ ਇਹ ਵੀ ਅਹਿਮ ਹੈ ਕਿ ਰਾਜਨਾਥ ਸਿੰਘ, ਅਮਿਤ ਸ਼ਾਹ ਵਰਗੇ ਵੱਡੇ ਆਗੂ ਅਤੇ ਮੰਤਰੀ ਇੱਕ ਪਾਸੇ ਇਸ ਤਰ੍ਹਾਂ ਦੇ ਪ੍ਰਸੰਗ ਨੂੰ ਨਕਾਰ ਰਹੇ ਹਨ, ਖਾਲਿਸਤਾਨੀ ਐਂਗਲ ਨੂੰ ਨਕਾਰ ਰਹੇ ਹਨ, ਪਰ ਦੂਜੇ ਪਾਸੇ ਗੋਦੀ ਮੀਡੀਆ ਅਤੇ ਸਰਕਾਰ ਦੇ ਕੁਝ ਵਜ਼ੀਰਾਂ ਆਗੂਆਂ ਵੱਲੋਂ ਪ੍ਰਚਾਰੇ ਜਾਂਦੇ ਰਹੇ ਇਸ ਏਜੰਡੇ ਨੂੰ ਕੋਰਟ ਵਿੱਚ ਆਖਰ ਕਿਉਂ ਰੱਖਿਆ ਗਿਆ, ਇਹ ਵੀ ਇੱਕ ਸਵਾਲ ਹੈ। ਇਸ ਅੰਦੋਲਨ ਨੂੰ ਬਦਨਾਮ ਕਰਨ ਲਈ ਅਪਣਾਏ ਜਾਂਦੇ ਰਹੇ ਹੱਥਕੰਡਿਆਂ ਦਾ ਇਹ ਚਰਮ ਹੈ ਕਿ ਕੋਰਟ ਦੇ ਵਿੱਚ ਇਸ ਬਾਰੇ ਫਿਲਹਾਲ ਇਹ ਪੱਖ ਰੱਖਿਆ ਗਿਆ ਹੈ, ਜਿਸ ਤੇ ਕੋਰਟ ਨੇ ਲਿਖਤੀ ਸਬੂਤ ਮੰਗਿਆ ਹੈ। ਬੈਂਚ ਨੇ ਇਹ ਟਿੱਪਣੀ ਨਵੇਂ ਕਾਨੂੰਨਾਂ ਦੇ ਸਮਰਥਕ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਵੱਲੋਂ ਪੇਸ਼ ਸੀਨੀਅਰ ਵਕੀਲ PS ਨਰਸਿਮਹਾ ਦੀ ਉਸ ਦਲੀਲ ਦੇ ਬਾਅਦ ਸਾਹਮਣੇ ਆਈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸਿੱਖ ਫਾਰ ਜਸਟਿਸ ਵਰਗੇ ਸਮੂਹ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹਨ। ਨਰਸਿਮਹਾ ਨੇ ਕਿਹਾ ਕਿ ਇਸ ਤਰ੍ਹਾਂ ਦਾ ਵਿਰੋਧ ਬਹੁਤ ਖਤਰਨਾਕ ਹੋ ਸਕਦਾ ਹੈ। ਇਸ ਦੇ ਪ੍ਰਧਾਨ ਨਿਆਧੀਸ਼ ਨੇ AG ਤੋਂ ਕਿਹਾ ਕਿ ਕੀ ਤੁਸੀਂ ਇਸ ਦੀ ਤਸਦੀਕ ਕਰੋਗੇ। AG ਨੇ ਜਵਾਬ ਦਿੱਤਾ ਕਿ ਅਸੀਂ ਕਿਹਾ ਹੈ ਕਿ ਖਾਲਿਸਤਾਨੀਆਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਘੁਸਪੈਠ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਰਾਸ਼ਟਰੀ ਰਾਜਧਾਨੀ ਵਿੱਚ 1 ਲੱਖ ਲੋਕਾਂ ਨੂੰ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੀ। AG ਨੇ ਕਿਹਾ ਕਿ ਇੱਕ ਸਮੂਹ ਸੰਸਦ ਵਿੱਚ ਜਾ ਸਕਦਾ ਹੈ, ਦੂਜਾ ਸਮੂਹ ਸ਼ੀਰਸ਼ ਅਦਾਲਤ ਵਿੱਚ ਆ ਸਕਦਾ ਹੈ। ਚੀਫ ਜਸਟਿਸ ਨੇ AG ਨੂੰ ਕਿਹਾ ਕਿ ਜੇਕਰ ਕੋਈ ਪ੍ਰਤੀਬੰਧਿਤ ਸੰਗਠਨ ਘੁਸਪੈਠ ਕਰ ਰਿਹਾ ਹੈ ਤਾਂ ਕੀ ਇਹ ਤੁਹਾਡੇ 'ਚ ਪਾਵਰ ਨਹੀਂ ਹੈ ਕਿ ਤੁਸੀਂ ਲੋਕਾਂ ਦੀ ਸੰਖਿਆ ਦੀ ਜਾਂਚ ਕਰੋ ਅਤੇ ਦੇਖੋ ਕਿ ਕੀ ਉੱਥੇ ਕਿੰਨੇ ਹਥਿਆਰਬੰਦ ਹਨ ਜਾਂ ਨਹੀਂ। ਇਸ ਤੇ AG ਨੇ ਕਿਹਾ ਕਿ ਘੁਸਪੈਠ ਦੇ ਪਹਿਲੂ ਤੇ ਉਹ IB ਦੀ ਰਿਪੋਰਟ ਪੇਸ਼ ਕਰਨਗੇ, ਉਸ ਵਿੱਚ ਸਾਰੇ ਤੱਥ ਹਨ। AG ਨੇ ਦੱਸਿਆ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਗਣਤੰਤਰ ਦਿਹਾੜੇ ਤੇ ਟਰੈਕਟਰ ਟਰੈਲੀ ਦੀ ਰੈਲੀ ਕੀਤੀ ਜਾਵੇਗੀ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਵਿਵਧਾਨ ਪੈਦਾ ਕਰਨ ਤੋਂ ਰੋਕਣ ਦੇ ਲਈ ਸੀਨੀਅਰ ਅਦਾਲਤ ਦੇ ਸਾਹਮਣੇ ਦਿੱਲੀ ਪੁਲਿਸ ਦੁਆਰਾ ਦਾਇਰ ਵਿਸ਼ੇਸ਼জ্ঞਾ ਦੇ ਆਵੇਦਨ ਦਾ ਹਵਾਲਾ ਦਿੱਤਾ ਗਿਆ। ਪ੍ਰਧਾਨ ਨਿਆਧੀਸ਼ ਨੇ ਕਿਹਾ ਕਿ ਅਦਾਲਤ ਨੋਟਿਸ ਜਾਰੀ ਕਰੇਗੀ ਅਤੇ ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗੀ। ਸੁਣਵਾਈ ਦੇ ਅੰਤ ਵਿੱਚ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦੁਹਰਾਇਆ ਕਿ ਸਰਕਾਰ ਪਹਿਲੇ ਦਿਨ ਤੋਂ ਕਹਿ ਰਹੀ ਹੈ ਕਿ ਕੁਝ ਲੋਕ ਨਿੱਜੀ ਸਵਾਰਥਾਂ ਦੇ ਨਾਲ ਖੇਤੀਬਾੜੀ ਕਾਨੂੰਨਾਂ ਦੇ ਬਾਰੇ ਵਿੱਚ ਆਸ਼ੰਕੇ ਫੈਲਾਉਣ ਅਤੇ ਉਹਨਾਂ ਨੂੰ ਗੁੰਮਰਾਹ ਕਰਨ ਦੇ ਲਈ ਵਿਰੋਧ ਵਿੱਚ ਸ਼ਾਮਲ ਹੋਏ ਹਨ। ਇੱਥੇ ਵੀ ਦੱਸ ਦਈਏ ਕਿ ਸੁਪਰੀਮ ਕੋਰਟ 'ਚ ਖੇਤੀ ਕਾਨੂੰਨਾਂ ਨੂੰ ਲੈ ਕੇ ਮੰਗਲਵਾਰ ਨੂੰ ਹੋਈ ਸੁਣਵਾਈ 'ਚ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਦਿੱਤੇ ਜਾਣ ਤੇ ਅਗਲੇ ਹੁਕਮਾਂ ਤੱਕ ਦੇ ਲਈ ਰੋਕ ਲਗਾ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਇਹਨਾਂ ਕਾਨੂੰਨਾਂ ਦੀ ਚਰਚਾ ਦੇ ਲਈ
ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਸੁਣਵਾਈ ਦੇ ਦੌਰਾਨ ਕੇਂਦਰ ਨੇ ਮੰਗਲਵਾਰ ਨੂੰ ਸ਼ੀਰਸ਼ ਅਦਾਲਤ ਦੇ ਸਾਹਮਣੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਖਾਲਿਸਤਾਨੀ ਸੰਗਠਨਾਂ ਦੀ ਘੁਸਪੈਠ ਹੈ। ਇਹ ਆਪਣੇ ਆਪ ਵਿੱਚ ਹੀ ਵੱਡੇ ਇਲਜ਼ਾਮ ਹਨ। ਇਸ ਤਰ੍ਹਾਂ ਦੇ ਇਲਜ਼ਾਮ ਬੀਜੇਪੀ ਦੇ तमाम ਆਗੂ ਇਸ ਤੋਂ ਪਹਿਲਾਂ ਲਗਾ ਚੁੱਕੇ ਹਨ। ਹਾਲਾਂਕਿ ਬੀਜੇਪੀ ਦੇ ਵੱਡੇ ਲੀਡਰ ਇਸ ਤਰ੍ਹਾਂ ਦੇ ਇਲਜ਼ਾਮਾਂ ਨੂੰ ਨਕਾਰਦੇ ਰਹੇ, ਪਰ ਛੋਟੀ ਲੀਡਰਸ਼ਿਪ ਲਗਾਤਾਰ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੀ ਰਹੀ ਤਾਂ ਕਿਤੇ ਨਾ ਕਿਤੇ ਇਹ ਬੀਜੇਪੀ ਦਾ ਏਜੰਡਾ ਹੋ ਸਕਦਾ ਹੈ ਕਿ ਇਸ ਤਰ੍ਹਾਂ ਇਸ ਅੰਦੋਲਨ ਨੂੰ ਬਦਨਾਮ ਕਰ ਦਿੱਤਾ ਜਾਵੇ। ਸਰਕਾਰ ਦੇ ਇਸ ਏਜੰਡੇ ਵਿੱਚ ਗੋਦੀ ਮੀਡੀਆ ਨੇ ਵੀ ਭਰਪੂਰ ਭੂਮਿਕਾ ਨਿਭਾਈ ਹੈ ਤੇ ਲਗਾਤਾਰ ਉਹਨਾਂ ਵੱਲੋਂ ਵੀ ਇਸ ਤਰ੍ਹਾਂ ਦੀ ਬਿਆਨਬਾਜ਼ੀ, ਇਸ ਤਰ੍ਹਾਂ ਦੀਆਂ ਰਿਪੋਰਟਾਂ ਲਗਾਤਾਰ ਨਸ਼ਰ ਕੀਤੀਆਂ ਗਈਆਂ, ਜਿਸ ਵਿੱਚ ਇਸ ਅੰਦੋਲਨ ਵਿੱਚ ਖਾਲਿਸਤਾਨੀ, ਕਦੇ ਟੁਕੜੇ ਗੈਂਗ, ਕਦੇ ਚੀਨ ਤੋਂ ਸਮਰਥਿਤ, ਕਦੇ ਪਾਕਿਸਤਾਨ ਤੋਂ ਸਮਰਥਿਤ ਵਰਗੇ ਇਲਜ਼ਾਮ ਵਾਰ-ਵਾਰ ਲਾਏ ਜਾਂਦੇ ਰਹੇ ਹਨ। ਉਧਰ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਵੱਲੋਂ ਲਾਈ ਲਤਾੜ ਤੇ ਕਿਸਾਨ ਜਥੇਬੰਦੀਆਂ ਨੇ ਸੰਤੁਸ਼ਟੀ ਵੀ ਜ਼ਾਹਰ ਕੀਤੀ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਵੱਲੋਂ ਮੋਦੀ ਸਰਕਾਰ ਨੂੰ ਹਉਮੈ ਦਾ ਸ਼ਿਕਾਰ ਸਰਕਾਰ ਕਹਿਣਾ ਸਭ ਤੋਂ ਵੱਡੀ ਕਾਨੂੰਨੀ ਚਪੇੜ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰੈਸ ਸਕੱਤਰ ਅਤੇ ਇਲਾਕੇ ਦੇ ਪ੍ਰਸਿੱਧ ਆੜਤੀਏ ਜੋ ਗ੍ਰੇਨ ਮਾਰਕੀਟ ਮਲੇਰਕੋਟਲਾ ਦੀ ਸਥਾਨਕ ਆੜਤੀਆ ਯੂਨੀਅਨ ਦੇ ਪ੍ਰਧਾਨ ਵੀ ਹਨ, ਗੁਰਪ੍ਰੀਤ ਸਿੰਘ ਲੱਕੀ ਭੋਦਨ ਵੱਲੋਂ ਆਪਣੇ ਪਰਿਵਾਰ ਦੀਆਂ ਬਹੁਤ ਸਾਰੀਆਂ ਬੀਬੀਆਂ ਨੂੰ ਦਿੱਲੀ ਦੇ ਸਿੰਘੂ ਬਾਰਡਰ ਤੇ ਕਿਸਾਨੀ ਸੰਘਰਸ਼ ਵਿੱਚ ਹਾਂ ਦਾ ਨਾਰਾ ਮਾਰਨ ਲਈ ਇੱਕ ਬੱਸ ਦੁਆਰਾ ਵਿਸ਼ੇਸ਼ ਤੌਰ ਤੇ ਰਵਾਨਾ ਕੀਤਾ ਗਿਆ। ਇਹਨਾਂ ਵਿੱਚ ਔਰਤਾਂ, ਬਜ਼ੁਰਗ ਅਤੇ ਕੁਝ ਸਤਿਕਾਰਯੋਗ ਮਾਤਾਵਾਂ ਸਮੇਤ ਬਹੁਤ ਗਹਿਰੀ ਠੰਡ ਦੀ ਪਰਵਾਹ ਕੀਤੇ ਬਗੈਰ ਦਿੱਲੀ ਲਈ ਮੋਦੀ ਸਰਕਾਰ ਖਿਲਾਫ ਨਾਅਰੇ ਮਾਰਦੇ ਰਵਾਨਾ ਹੋਏ। ਇਸ ਮੌਕੇ ਕੁਲਵਿੰਦਰ ਸਿੰਘ ਕਾਲਾ ਬਾਗੜੀਆ, ਜਿਹੜੇ ਅਮਰਗੜ੍ਹ ਇਲਾਕੇ ਤੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਮੁੱਖ ਕਾਰਜਕਰਤਾ ਹਨ, ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਮੋਦੀ ਸਰਕਾਰ ਨੂੰ ਹਉਮੈ ਦਾ ਸ਼ਿਕਾਰ ਸਰਕਾਰ ਕਹਿਣਾ ਅਤੇ ਦਿੱਲੀ ਵਿਖੇ ਰੋਜ਼ਾਨਾ ਮਰ ਰਹੇ ਕਿਸਾਨਾਂ ਦੀ ਮੌਤ ਪ੍ਰਤੀ ਅਸੰਵੇਦਨਸ਼ੀਲ ਕਹਿਣਾ ਸਭ ਤੋਂ ਵੱਡੀ ਕਾਨੂੰਨੀ ਚਪੇੜ ਹੈ, ਜਿਸ ਤਹਿਤ ਭਾਰਤੀ ਕਾਨੂੰਨ ਨੇ ਵੀ ਮੋਦੀ ਸਰਕਾਰ ਦੀ ਵਿਸ਼ਾਲ ਨਿੰਦਾ ਕੀਤੀ ਹੈ। ਉਹਨਾਂ ਦੀ ਕਾਰਜਵਿਧੀ ਨੂੰ ਨਕਾਰਿਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦਾ ਮੋਦੀ ਸਰਕਾਰ ਤੇ ਇਹ ਆਖਰੀ ਹਮਲਾ ਹੈ, ਉਸ ਤੋਂ ਬਾਅਦ ਉਹ ਦਿੱਲੀ ਵੜਨ ਦਾ ਸਾਹਸ ਨਹੀਂ ਕਰੇਗਾ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।